ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਨੈ ਮਿੱਤਰ ਸਾਡੜੇ ਸੇਈ ਹਉ ਟੂਟੇ ਦੀ ਜਗ ਸਬਾਇਆ ਜਨ ਨਾਨਕ ਬਿਰਲੇ ਕੇਈ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਜੁਗੋ ਜੁਗ ਅਟਲ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਗੁਰਦੁਆਰਾ ਬਾਬਾ ਗਾਂਧਾ ਸਾਹਿਬ ਜੀ ਦੇ ਅਸਥਾਨ ਤੇ ਬਹੁਤ ਹੀ ਨਿਰਮਲ ਅਤੇ ਗੁਰਮੁਖ ਆਤਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਹਿ ਚੁੱਕੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਔਰ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਿੰਨਾਂ ਦੀ ਸਾਲਾਨਾ ਯਾਦ ਨੂੰ ਸਮਰਪਿਤ ਉਹਨਾਂ ਦੇ ਪਰਿਵਾਰ ਵੱਲੋਂ ਰੱਖੇ ਹੋਏ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਜੀ ਦੀ ਗੁਰਬਾਣੀ ਦਾ ਫਰਮਾਨ ਹੈ, ਤਿਸ ਜਨ ਕੇ ਪਗ ਨਿਤ ਪੂਜੀਐ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸਹਿ ਰਾਮ। ਬਹੁਤ ਹੀ ਸਨਮਾਨਯੋਗ ਮਹਾਨ ਵਿਦਵਾਨ ਪਰਉਪਕਾਰੀ ਆਤਮਾ ਸੰਤ ਬਾਬਾ ਪ੍ਰਦੀਪ ਸਿੰਘ ਜੀ ਬੋਰੇ ਵਾਲੇ ਬਹੁਤ ਸੁੰਦਰ ਗੁਰਮਤਿ ਦੀ ਵਿਆਖਿਆ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਸਤਿਗੁਰੂ ਜੀ ਕੀ ਫਰਮਾਨ ਕਰਦੇ ਹੈ ਕਿ ਉਸ ਪ੍ਰਾਣੀ ਦੇ ਚਰਨਾਂ ਨੂੰ ਸਦਾ ਹੀ ਪੂਜਣਾ ਕਰੀਏ ਜਿਹੜਾ ਧਰਮ ਦੇ ਮਾਰਗ ਦੇ ਉੱਤੇ ਚੱਲਦਾ ਹੈ, ਧਰਮ ਦੇ ਅਸੂਲਾਂ ਦੀ ਪਾਲਣਾ ਕਰਦਾ ਹੈ ਔਰ ਜਿਹਨੇ ਆਪਣਾ ਜੀਵਨ ਧਰਮ ਦੇ ਆਸ਼ੇ ਅਨੁਸਾਰ ਗੁਜ਼ਾਰਿਆ ਅਤੇ ਬਤੀਤ ਕੀਤਾ ਹੈ। ਭਾਵੇਂ ਉਹ ਸਰੀਰ ਕਰਕੇ ਹੈ, ਭਾਵੇਂ ਸਰੀਰ ਤਿਆਗ ਕਰਕੇ ਵਾਹਿਗੁਰੂ ਦੇ ਦੇਸ਼ ਸੱਚਖੰਡ ਨੂੰ ਜਾ ਚੁੱਕਾ ਹੈ, ਉਸ ਦਾ ਬਹੁਤ ਵੱਡਾ ਸਨਮਾਨ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਕੀਤਾ ਹੈ। ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਿਨ੍ਹਾਂ ਦਾ ਜੀਵਨ ਇੱਕ ਨਿਰਾਲਾ ਜੀਵਨ ਸੀ। ਗੁਰਮਤਿ ਦੇ ਆਸ਼ੇ ਅਨੁਸਾਰ ਉਹਨਾਂ ਨੇ ਆਪਣਾ ਜੀਵਨ ਇਸ ਸੰਸਾਰ 'ਤੇ ਸਫਲ ਕਰਕੇ ਸਫਲ ਭਾਈ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ ਸਾਧ ਸੰਗਤ ਜੀ। ਉਹਨਾਂ ਨੂੰ ਦਮਦਮੀ ਟਕਸਾਲ ਦੇ 13ਵੇਂ ਮੁਖੀ ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਪਾਰਸ ਛੋਹ ਪ੍ਰਾਪਤ ਹੋਈ। ਉਹਨਾਂ ਦੇ ਜਥੇ ਵਿੱਚ ਬਹੁਤ ਲੰਮਾ ਸਮਾਂ ਰਹੇ ਔਰ ਉਹਨਾਂ ਨੂੰ ਇਹ ਵੀ ਸੁਭਾਗ ਪ੍ਰਾਪਤ ਹੈ ਕਿ ਜਦੋਂ ਆਪ ਜੀ ਵਿਦਿਆਰਥੀ ਕਾਲ ਵਿੱਚ ਜਥੇ ਵਿੱਚ ਵਿੱਦਿਆ ਪ੍ਰਾਪਤ ਕਰਦੇ ਸਨ ਤਾਂ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਜਦੋਂ ਲੱਗਦੇ ਸਨ
ਤਾਂ ਮਹਾਂਪੁਰਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਉਹ ਪੰਜਾਂ ਪਿਆਰਿਆਂ ਦੀ ਅੰਮ੍ਰਿਤ ਛਕਾਉਣ ਦੀ ਮਹਾਨ ਸੇਵਾ ਵੀ ਨਿਭਾਉਂਦੇ ਰਹੇ। ਔਰ ਪੁਰਾਣੇ ਸਿੰਘਾਂ ਨੇ ਜਥੇ ਦੌਰਾਨ ਉਹਨਾਂ ਦਾ ਰਹਿਣਾ, ਜਥੇ ਵਿੱਚ ਵਿੱਦਿਆ ਪ੍ਰਾਪਤ ਕਰਨੀ, ਜਥੇ ਦੇ ਸਿੰਘਾਂ ਵਿੱਚ ਵਿਚਰਨਾ, ਉਹ ਉਹਨਾਂ ਦਾ ਜੀਵਨ ਵੀ ਮੈਂ ਸੁਣਿਆ ਔਰ ਮੈਂ ਆਪਣੇ ਅੱਖੀਂ ਵੀ ਉਹਨਾਂ ਦੇ ਜੀਵਨ ਨੂੰ ਬੜਾ ਨੇੜੇ ਹੋ ਕੇ ਤੱਕਿਆ। ਜਥੇ ਵਿੱਚ ਰਹਿ ਕੇ ਉਹ ਗੁਰਬਾਣੀ ਦੇ ਬਹੁਤ ਵੱਡੇ ਨਿਤਨੇਮੀ ਸਨ ਔਰ ਸੇਵਾ ਦੇ ਵਿੱਚ ਵੀ ਜਦੋਂ ਸੁਬਾਹ ਸ਼ਾਮ ਸੰਗਤ ਦੀ ਪੰਗਤ ਲੱਗਣੀ ਲੰਗਰ ਦੇ ਵਿੱਚ, ਤਾਂ ਉਹਨਾਂ ਨੇ ਆਪਣੇ ਹੱਥੀਂ ਪ੍ਰਸ਼ਾਦਾ ਵੀ ਸਿੰਘਾਂ ਨੂੰ ਵਰਤਾਉਣਾ ਤੇ ਬਰਤਨ ਮਾਂਜਣ ਦੀ ਵੀ ਸੇਵਾ ਕਰਨੀ। ਇਹ ਉਹਨਾਂ ਦਾ ਵਿਦਿਆਰਥੀ ਕਾਲ ਦਾ ਜੀਵਨ ਸੀ। ਔਰ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਉਹਨਾਂ ਨੂੰ ਇਸੇ ਅਸਥਾਨ ਤੇ ਜਦੋਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਿੱਖ ਪੰਥ ਦੀ ਸੇਵਾ ਕਰਨ ਲਈ ਹਾਜ਼ਰ ਹੋਏ, ਉਦੋਂ ਇਸ ਅਸਥਾਨ 'ਤੇ ਹੀ ਉਹਨਾਂ ਨੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਹਜ਼ੂਰੀ ਦੀ ਸੇਵਾ ਪ੍ਰਾਰੰਭ ਕੀਤੀ ਔਰ ਸੰਗਤਾਂ ਨੂੰ ਗੁਰ ਇਤਿਹਾਸ ਦੀ ਕਥਾ ਔਰ ਗੁਰਬਾਣੀ ਦੀ ਕਥਾ ਆਪਣੇ ਮੁਖਾਰਬਿੰਦ ਤੋਂ ਸੁਣਾਉਂਦੇ ਰਹੇ। ਸਾਧ ਸੰਗਤ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਗ੍ਰੰਥੀ ਬਣਨਾ ਔਰ ਹੈੱਡ ਗ੍ਰੰਥੀ ਦੀ ਉਹ ਮਹਾਨ ਪਦਵੀ, ਜਿਸ ਪਦਵੀ ਦੇ ਉੱਤੇ ਧੰਨ ਬਾਬਾ ਬੁੱਢਾ ਜੀ ਵਰਗੇ ਮਹਾਂਪੁਰਖ, ਅਮਰ ਸ਼ਹੀਦ ਧੰਨ ਭਾਈ ਮਨੀ ਸਿੰਘ ਜੀ ਵਰਗੀਆਂ ਮਹਾਨ ਪਵਿੱਤਰ ਆਤਮਾਵਾਂ ਸੁਭਾਏਮਾਨ ਰਹੀਆਂ ਹੋਣ, ਉਸ ਪਦਵੀ ਨੂੰ ਪ੍ਰਾਪਤ ਕਰ ਜਾਣਾ, ਇਹ ਬਹੁਤ ਵੱਡੀ ਸਤਿਗੁਰੂ ਦੀ ਰਹਿਮਤ ਔਰ ਬਖਸ਼ਿਸ਼ ਹੈ। ਮਾਤ ਲੋਕ ਦੇ ਉੱਤੇ ਜਿਸ ਪ੍ਰਾਣੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਹੋ ਜਾਂਦੇ ਆ, ਉਹ ਮੁੜ ਕੇ ਨਰਕਾਂ ਵਿੱਚ ਨਹੀਂ ਪੈਂਦਾ। ਇਹ ਬਚਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਆ। ਪਰ ਜਿਨ੍ਹਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਾਬਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੈੱਡ ਗ੍ਰੰਥੀ ਦੀ ਮਹਾਨ ਸੇਵਾ ਪ੍ਰਾਪਤ ਹੋਈ, ਕਿੱਡੀ ਵੱਡੀ ਉਹਨਾਂ 'ਤੇ ਰਹਿਮਤ ਹੋਏਗੀ। ਪਿਛਲੇ ਜਨਮਾਂ ਦੀ ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪੂਰਬਲੇ ਕਰਮਾਂ ਦਾ ਇਹ ਪੁੰਨ ਪ੍ਰਤਾਪ, ਪੂਰਬਲੇ ਜਨਮਾਂ ਦੀ ਘਾਲਣਾ, ਪੂਰਬਲੇ ਜਨਮਾਂ ਦੀ ਮਹਾਨ ਤਪੱਸਿਆ ਕੀਤੀ ਹੋਈ ਹੋਵੇ, ਤਾਂ ਕਿਤੇ ਜਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਸੇਵਾਵਾਂ ਪ੍ਰਾਪਤ ਹੁੰਦੀਆਂ। ਔਰ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਸਾਬੋ ਕੀ ਤਲਵੰਡੀ ਵਿਖੇ ਵੀ ਆਪ ਜੀ ਹੈੱਡ ਗ੍ਰੰਥੀ ਦੀ ਸੇਵਾ ਨਿਭਾਉਂਦੇ ਰਹੇ ਔਰ ਸਿੱਖ ਪੰਥ ਨੇ ਉਹਨਾਂ ਨੂੰ ਸਨਮਾਨ ਦਿੱਤਾ ਔਰ ਉਹ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਬਣੇ। ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਸਨ, ਦਾਸ ਨੇ ਅਮਰੀਕਾ ਦੇ ਵਿੱਚ ਉਹਨਾਂ ਦੇ ਦਰਸ਼ਨ ਕੀਤੇ। ਲਗਭਗ ਉਹਨਾਂ ਨੇ 2 ਵਜੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ ਔਰ ਉਸ ਤੋਂ ਬਾਅਦ ਸਾਧ ਸੰਗਤ ਜੀ ਦਿਨ ਚੜ੍ਹਦੇ ਤੱਕ ਉਹਨਾਂ ਨੇ ਗੁਰਬਾਣੀ ਦਾ ਲਗਾਤਾਰ ਨਿਤਨੇਮ ਕਰਦੇ ਰਹਿਣਾ। ਬਹੁਤ ਵੱਡਾ ਉਹਨਾਂ ਦਾ ਨਿਤਨੇਮ ਸੀ। 5 ਬਾਣੀਆਂ, ਸੁਖਮਨੀ ਸਾਹਿਬ, ਆਸਾ ਜੀ ਦੀ ਵਾਰ ਔਰ ਇਸ ਤੋਂ ਇਲਾਵਾ ਬੇਅੰਤ ਬਾਣੀਆਂ ਔਰ ਜਪਜੀ ਸਾਹਿਬ ਜੀ ਦੇ ਬਹੁਤ ਬਹੁਤ ਪਾਠ ਉਹਨਾਂ ਨੇ ਆਪਣੀ ਰਸਨਾ ਤੋਂ ਉਚਾਰਨ ਕਰਦੇ ਰਹਿਣਾ। ਜਦੋਂ ਉਹ ਅਮਰੀਕਾ ਵਿੱਚ ਪਹਿਲੀ ਵਾਰ ਗਏ, ਸਨ ਫਰਾਂਸਿਸਕੋ ਏਅਰਪੋਰਟ 'ਤੇ ਉਤਰੇ, ਦਾਸ ਅਤੇ ਹੋਰ ਸੰਗਤਾਂ ਵੀ ਅਸੀਂ ਲੈਣ ਗਏ ਹੋਏ ਸਾਂ। ਜਿਸ ਵਕਤ ਉਹ ਜਹਾਜ਼ ਤੋਂ ਬਾਹਰ ਏਅਰਪੋਰਟ 'ਤੇ ਆਏ, ਸਾਧ ਸੰਗਤ ਜੀ, ਸੰਗਤਾਂ ਨੇ ਤਾਂ ਪ੍ਰਭਾਵਿਤ ਹੋਣਾ ਹੀ ਹੋਣਾ ਸੀ। ਉਹਨਾਂ ਦੀ ਦੀਦਾਰੀ ਦਿੱਖ ਨੂੰ ਵੇਖ ਕੇ ਉਸ ਏਅਰਪੋਰਟ 'ਤੇ ਜਿਹੜੇ ਹੋਰ ਗੋਰੇ ਲੋਕ ਵੀ ਸਨ, ਇੱਕਦਮ ਉੱਥੇ ਰੁਕ ਗਏ
कि कोई महान धार्मिक हस्ती आ रही है जिहदे दर्शन करन वास्ते लोग आप अपने आप ही उत्थे रुक गए सन ते सारिਆਂ ਦੇ हत्थ जुड़ गए सन। ये उन्हां दी शख्सियत, उन्हां दी करनी दा प्रभाव सी। साध संगत जी, भाई गुरदास जी ने भी लिखिया है बड़ा सुंदर कि संसार दे अंदर मनुख दी ढील डौल दा भी बड़ा प्रभाव लोकां दे उत्ते पैंदा है। पर साध संगत जी, ढील डौल नालों भी, दर्शनी दीदारी दिख नालों भी मनुख दी करनी दा प्रभाव जिहड़ा हुंदा ना, ਉਹ सदा वास्ते चिर स्थाई हर एक दे हिरदे विच उस प्रभाव दा असर उकरिया जांदा, उस प्रभाव दा असर पै जांदा। सो सिंह साहब जी एक दीदारी सिंह साहबान सन। सचखंड श्री हरमंदर साहब जी दे अंदर जदों किसी भी सिंह नूं जां तख्तां दे जथेदार किसी भी सिंह नूं लाया जांदा, उहदी रहणी भी, उहदी रहत भी और उहदा दीदारी दिख भाव दर्शनी चेहरा और दर्शनी प्रभाव भी विशेष रूप दे विच वेख्या जांदा। और ये मर्यादा अमर शहीद भाई मनी सिंह जी दे समय तो स्थापित है। और सिंह साहब जी उन्हां सारियां गुणां दे विच, बहुत सिंह साहब ऐसे वेखे जेड़े विद्वान नहीं सन पर गुरबाणी पढ़न वाले सन। बहुत ऐसे सिंघां दे भी दर्शन होए, सिंह साहिबानां दे जेड़े सिफारशी लगे हुए हुंदे सन, उन्हां दा दर्शनी प्रभाव नहीं कोई बहुता संगतां दे उत्ते पैंदा सी। पर विरले सिंह साहिबान सचखंड श्री हरमंदर साहब जी दे होए जिन्हां दी करनी भी बहुत उच्ची सुच्ची और जिन्हां दा दीदारी दर्शनी प्रभाव भी अपने समय विच बहुत संगतां ते गहरा असर रखदा सी। सो साध संगत जी, सिंह साहब जी दे उत्ते सतगुरु जी दी बड़ी वड्डी रहमत और किरपा सी कि उन्हां दे नाल बचन करके, उन्हां दी संगत करके, उन्हां तो गुरबाणी गुर इतिहास दी कथा सुन के हर प्राणी जिहड़ा सी प्रभावित होण तो बिना नहीं रह सकदा सी। ये पावन गुरबाणी दा फरमान है, जिसका अंतर बसै निरंकार तिसकी सीख तरह संसार। जिहदे हिरदे विच वाहिगुरू परमेश्वर दा नाम वसदा, उहदे मुखार बिन तो सुने हुए शुभ बचन पवित्र सिखियावां नूं प्राप्त करके संसार भी, संसार भौडल तो ऐस संसार दे संसारी जीव भी तर जाते हैं। सो एक बहुत वड्डी यह सिख पंथ दी सत्कारत हस्ती सन। बहुत उच्च कोटि दे विद्वान जिन्हां ने बहुत पुस्तकां सिख पंथ नूं अपने थोड़े कार्यकाल दे विच दित्तियां। अपने जीवन दौरान उन्होंने दर्जनां तो उत्ते पुस्तकां लिखियां, ਜਿਹੜੀਆਂ पुस्तकां अपने आप दे विच एक अहम थां रखदियां हन। सो साध संगत जी, फिर सिंह साहब जी दे परिवार वल जे देखीए, नहीं तो वड्डियां वड्डियां धार्मिक हस्तियां वेख लो, पंथ दियां राजनीतिक हस्तियां वेख लो, जे वो आप चेहरे मोहरे वाले साबत सूरत है तो उन्हां दे बच्चे बच्चियां सिक्खी तो बहुत कोहां दूर हन। कोहां दूर ही नहीं, मूँह सिर मुन्ने हुंदे आ और वो गुरु घर दे बचनां नूं मनण वास्ते तैयार नहीं हुंदे। वड्डे वड्डे अहुदियां ते बैठे लोकां दे परिवारां दी हालत अज बहुत गिरावट दे विच चली गई है। पहले समयां विच सिख पंथ दे अंदर इस गल का ख्याल किया जाता सी कि जिहड़ी कोई धार्मिक हस्ती है जां राजसी हस्ती है, उहदी रहनी भी, उहदी गुरमत दी धारना और बाणी का प्यार और उहदे परिवार का सिੱਖੀ दे विच प्रपक्क होना,
ਇਹ ਸਾਰੇ ਅਸੂਲ ਵੇਖੇ ਜਾਂਦੇ ਸਨ। ਫਿਰ ਉਹਨਾਂ ਨੂੰ ਕੋਈ ਸੇਵਾ ਦੇ ਉੱਤੇ ਨਿਯੁਕਤ ਕੀਤਾ ਜਾਂਦਾ ਸੀ, ਔਰ ਫਿਰ ਉਹ ਆਗੂ ਕੌਮ ਦੀ ਜਦੋਂ ਸੇਵਾ ਕਰਦੇ ਸਨ ਤੇ ਉਹਨਾਂ ਦਾ ਅਸਰ ਵੀ ਲੋਕਾਂ ਦੇ ਉੱਤੇ ਬਹੁਤ ਗਹਿਰਾ ਪਿਆ ਕਰਦਾ ਸੀ। ਪਰ ਇਹ ਜੇ ਗੱਲਾਂ ਅੱਜ ਦੇਖੀਏ ਤਾਂ ਇਹਨਾਂ ਗੱਲਾਂ ਤੋਂ ਬਹੁਤ ਦੂਰ ਚਲੇ ਗਏ, ਹਜ਼ਾਰਾਂ ਕੋਹਾਂ ਦੂਰ ਚਲੇ ਗਏ ਆ ਸਾਡੇ ਪਰਿਵਾਰ, ਸਾਡੇ ਆਗੂ, ਚਾਹੇ ਧਾਰਮਿਕ ਹੈ ਚਾਹੇ ਰਾਜਨੀਤਿਕ ਹਨ। ਪਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਦੀ ਘਾਲਣਾ ਮੈਂ ਸਮਝਦਾ ਕਿ ਉਹਨਾਂ ਦਾ ਸਾਰਾ ਪਰਿਵਾਰ, ਉਹਨਾਂ ਦੇ ਧਰਮ ਸੁਪਤਨੀ ਬੀਬੀ ਗੁਰਮੇਲ ਕੌਰ ਜੀ ਗੁਰਬਾਣੀ ਦਾ ਨਿਤਨੇਮ ਕਰਨਾ, ਰਹਿਤ ਵਿੱਚ ਤਿਆਰ ਬਰ ਤਿਆਰ ਰਹਿਣਾ, ਉਹਨਾਂ ਦੇ ਵੱਡੇ ਸੁਪੁੱਤਰ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ, ਜਿਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਉਸ ਮਹਾਨ ਸੇਵਾ ਦੀ ਦਾਤ ਪ੍ਰਾਪਤ ਹੋਈ, ਜਿਹੜੀ ਸੇਵਾ ਸਿੰਘ ਸਾਹਿਬ ਵੀ ਆਪਣੇ ਸਰੀਰ ਦੇ ਹੁੰਦਿਆਂ ਕਰਦੇ ਰਹੇ। ਔਰ ਉਹਨਾਂ ਦੇ ਸੁਪੁੱਤਰ, ਛੋਟੇ ਸੁਪੁੱਤਰ ਭਾਈ ਅਮਨਦੀਪ ਸਿੰਘ ਜੀ ਵੀ ਪੰਜਾਂ ਕਕਾਰਾਂ ਦੀ ਰਹਿਤ ਦੇ ਧਾਰਨੀ ਔਰ ਗੁਰਮਤਿ ਦੇ ਆਸ਼ੇ ਨੂੰ ਪ੍ਰਣਾਏ ਹੋਏ ਸਮਰਪਿਤ ਜੀਵਨ। ਔਰ ਸ਼੍ਰੋਮਣੀ ਕਮੇਟੀ ਵਿੱਚ ਵੀ ਜਿਹੜੀ ਜ਼ਿੰਮੇਵਾਰੀ ਮਿਲੀ ਹੈ, ਬੜੀ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾ ਰਹੇ ਹੈ। ਸਾਰਾ ਪਰਿਵਾਰ ਗੁਰਸਿੱਖੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਇਹ ਸਾਰੀ ਘਾਲਣਾ ਉਹਨਾਂ ਦੇ ਜੀਵਨ ਦਾ ਅਸਰ ਹੈ ਇਸ ਪਰਿਵਾਰ ਦੇ ਉੱਤੇ ਅੱਜ ਵੀ ਵੇਖਿਆ ਜਾ ਰਿਹਾ ਹੈ। ਰਿਸ਼ਤੇਦਾਰਾਂ ਤੱਕ ਉਹਨਾਂ ਦੇ ਗੁਰਮਤਿ ਦੇ ਆਸ਼ੇ ਅਨੁਸਾਰ ਅੱਗੇ ਤੋਂ ਅੱਗੇ ਪਰਿਵਾਰ ਗੁਰਮਤਿ ਨਾਲ ਜੁੜੇ ਹੋਏ ਹਨ। ਸੋ ਸਾਧ ਸੰਗਤ ਜੀ, ਜਿਹੜਾ ਸਮਾਂ ਉਹਨਾਂ ਦਾ ਅਕਾਲ ਚਲਾਣੇ ਦਾ ਸੀ, ਉਹ ਇੱਕ ਪੰਥ ਦੇ ਵਿੱਚ ਬਹੁਤ ਵੱਡਾ ਉਦੋਂ ਖਲਾਅ ਪੈਦਾ ਹੋਇਆ। ਜਦੋਂ ਸਿੰਘ ਸਾਹਿਬ ਜੀ ਦਾ ਅਕਾਲ ਚਲਾਣਾ ਹੋਇਆ, ਉਦੋਂ ਸਾਰਾ ਪੰਥ ਹੀ ਇਹ ਬਹੁਤ ਵੱਡਾ ਦੁੱਖ ਕਹਿ ਲਓ, ਘਾਟਾ ਕਹਿ ਲਓ, ਵਿਛੋੜਾ ਕਹਿ ਲਓ, ਬਹੁਤ ਡਾਢਾ ਮਹਿਸੂਸ ਕਰ ਰਹੇ ਸਨ ਕਿ ਆਉਣ ਵਾਲੀਆਂ ਐਸੀਆਂ ਮਹਾਨ ਆਤਮਾਵਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਮਿਲਣੀਆਂ ਮੁਸ਼ਕਲ ਹੋ ਜਾਣਗੀਆਂ। ਉਹ ਵਾਕਈ ਅੱਜ ਆਪਾਂ ਦੇਖ ਰਹੇ ਹਾਂ ਕਿ ਇਹੋ ਜਿਹੀਆਂ ਮਹਾਨ ਆਤਮਾ ਬਹੁਤ ਘੱਟ ਪੰਥ ਦੇ ਵਿੱਚ ਸੇਵਾ ਕਰਨ ਵਾਲੀਆਂ ਸਾਨੂੰ ਦਿਖਾਈ ਦੇ ਰਹੀਆਂ। ਸੰਤ ਬਾਬਾ ਪ੍ਰਦੀਪ ਸਿੰਘ ਜੀ ਜ਼ਿਕਰ ਕਰ ਰਹੇ ਸਨ, ਇਹ ਉਸ ਮਾਇਆ ਦਾ ਜ਼ਿਕਰ ਕਰ ਰਹੇ ਸਨ ਕਿ ਜਿਹੜੀ ਮਾਇਆ ਉਹਨਾਂ ਨੂੰ ਸੰਗਤਾਂ ਸਤਿਕਾਰ ਵਜੋਂ ਦਿੰਦੀਆਂ, ਦੇਸ਼ ਵਿੱਚੋਂ ਵਿਦੇਸ਼ਾਂ ਵਿੱਚੋਂ ਜਦੋਂ ਅਮਰੀਕਾ ਵਿੱਚ ਗਏ, ਉੱਥੇ ਸੰਗਤਾਂ ਨੇ ਬਹੁਤ ਉਹਨਾਂ ਨੂੰ ਚੰਗੇ ਚੰਗੇ ਵਸਤਰ ਦੇਣੇ, ਡਾਲਰਾਂ ਦੇ ਰੂਪ ਦੇ ਵਿੱਚ ਸਤਿਕਾਰ ਵਜੋਂ ਆਪਣੇ ਘਰਾਂ ਵਿੱਚ ਲਿਜਾ ਕੇ ਮਾਇਆ ਦੇਣੀ। ਅਖੀਰ ਜਦੋਂ ਉਹਨਾਂ ਨੇ ਵਾਪਸ ਭਾਰਤ ਆਉਣ ਦੀ ਤਿਆਰੀ ਕੀਤੀ ਤਾਂ ਉਸ ਵਕਤ ਜਿੰਨੇ ਵਸਤਰ ਸਨ, ਉਹ ਲਗਭਗ ਥੋੜ੍ਹੇ ਜਿਹੇ ਵਸਤਰ ਰੱਖ ਕੇ ਸਾਰੇ ਉੱਥੇ ਸਿੰਘਾਂ ਨੂੰ ਵੰਡ ਦਿੱਤੇ। ਸਿੰਘ ਕਹਿਣ ਲੱਗੇ ਵੀ ਅਸੀਂ ਕੀ ਕਰੀਏ? ਕਹਿੰਦੇ ਜਦੋਂ ਕੋਈ ਤੁਹਾਡੇ ਪਰਿਵਾਰਾਂ ਵਿੱਚੋਂ ਪੰਜਾਬ ਵਿੱਚ ਜਾਵੇਗਾ ਤਾਂ ਉੱਥੇ ਜਾ ਕੇ ਲੋੜਵੰਦਾਂ ਨੂੰ ਅਤੇ ਸਿੰਘਾਂ ਨੂੰ ਇਹ ਵਸਤਰ ਦੇ ਦਿਓ। ਮੈਂ ਕੀ ਕਰਨੇ, ਮੇਰੇ ਕੋਲੇ ਬਹੁਤ ਕੁਛ ਹੈ, ਮੈਨੂੰ ਇੰਨੇ ਵਸਤਰਾਂ ਦੀ ਲੋੜ ਨਹੀਂ। ਫਿਰ ਮਾਇਆ ਦਿੱਤੀ, ਮਾਇਆ ਵਿੱਚੋਂ ਮੈਂ ਆਪ ਵੇਖਿਆ, ਕਹਿੰਦੇ ਇੰਨੀ ਮਾਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭੇਟਾ ਕਰਨੀ ਹੈ, ਇੰਨੀ ਮਾਇਆ ਤਖਤ ਸ੍ਰੀ ਦਮਦਮਾ ਸਾਹਿਬ ਭੇਟਾ ਕਰਨੀ ਹੈ, ਇੰਨੀ ਸੇਵਾ ਲੰਗਰ ਦੇ ਵਿੱਚ ਲਾਉਣੀ ਹੈ। ਸਾਰਾ ਹਿਸਾਬ ਕਿਤਾਬ ਆਪਣੀ ਡਾਇਰੀ ਤੇ ਨੋਟ ਕੀਤਾ। ਸੋ ਸਾਧ ਸੰਗਤ ਜੀ, ਉਹ ਆਪਣੀ ਦਸਾਂ ਨੌਹਾਂ ਦੀ ਜਿਹੜੀ ਧਰਮ ਦੀ ਕਿਰਤ ਉਹਨਾਂ ਨੂੰ ਇਵਜਾਨੇ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜੋ ਤਨਖਾਹ ਮਿਲਦੀ ਸੀ, ਉਸ ਵਿੱਚੋਂ ਵੀ ਵੱਡਾ ਹਿੱਸਾ ਸੰਗਤ ਦੀ ਸੇਵਾ ਵਿੱਚ, ਗੁਰੂ ਘਰਾਂ ਦੀ ਸੇਵਾ ਵਿੱਚ, ਸੰਗਤਾਂ ਵੱਲੋਂ ਦਿੱਤੀ ਮਾਇਆ ਦੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਲਿਆ ਕੇ ਉਹਨਾਂ ਨੇ ਆਪਣੀ ਰਸੀਦ ਕਟਾ ਕੇ ਮਾਇਆ ਜਮ੍ਹਾਂ ਕਰਾ ਦੇਣੀ। ਮੇਰੀ ਨਿਗਾਹ ਵਿੱਚ ਹੋਰ ਕੋਈ ਸਿੰਘ ਸਾਹਿਬ ਤਾਂ ਨਹੀਂ ਆਇਆ ਜਿਹਨੇ ਐਡਾ ਵੱਡਾ ਤਿਆਗ ਦਿਖਾਇਆ ਹੋਵੇ ਕਿ ਸੰਗਤਾਂ ਵੱਲੋਂ ਦਿੱਤੀ ਮਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਈ ਹੋਵੇ। ਇਹ ਸਿੰਘ ਸਾਹਿਬ ਦੇ ਵਿੱਚ ਬਹੁਤ ਵੱਡੇ ਦੈਵੀ ਗੁਣ ਸਨ, ਔਰ ਜਿਨ੍ਹਾਂ ਗੁਣਾਂ ਦੇ ਕਾਰਨ ਹੀ ਉਹਨਾਂ ਦੀ ਸ਼ਖਸੀਅਤ ਅੱਜ ਵੀ ਪੰਥ ਦੇ ਵਿੱਚ ਬਹੁਤ ਸਤਿਕਾਰਤ ਸ਼ਖਸੀਅਤ
ਗੁਰਮੁਖ ਦਰਵੇਸ਼ ਆਤਮਾ, ਗੁਰਸਿੱਖ ਅਤੇ ਗੁਰਮੁਖ ਆਤਮਾ, ਸੇਵਾ ਸਿਮਰਨ ਵਿੱਚ ਭਿੱਜੀ ਹੋਈ ਆਤਮਾ ਵਜੋਂ ਸਿੰਘ ਸਾਹਿਬ ਜੀ ਨੂੰ ਪੰਥ ਵਿੱਚ ਇਹ ਸਤਿਕਾਰ ਪ੍ਰਾਪਤ ਹੈ। ਸੋ ਸਾਧ ਸੰਗਤ ਜੀ, ਅੱਜ ਦੇ ਇਸ ਸਮਾਗਮ ਵਿੱਚ ਬਹੁਤ ਗੁਰਮੁਖ ਸੰਗਤਾਂ ਉਹਨਾਂ ਦੀ ਯਾਦ ਵਿੱਚ ਜੁੜੀਆਂ। ਮਹਾਂਪੁਰਖ ਬਹੁਤ ਵੱਡੀ ਗਿਣਤੀ ਵਿੱਚ ਆਏ ਹੈ। ਸੰਤ ਬਾਬਾ ਬਲਵੀਰ ਸਿੰਘ ਜੀ ਕੁੰਨਸ, ਸੰਤ ਬਾਬਾ ਪਿਆਰਾ ਸਿੰਘ ਜੀ ਡੇਰਾ ਬਾਬਾ ਗਾਂਧਾ ਸਿੰਘ ਜੀ, ਜਿਨ੍ਹਾਂ ਨਾਲ ਸਿੰਘ ਸਾਹਿਬ ਜੀ ਦਾ ਬੜਾ ਅਥਾਹ ਪਿਆਰ ਸੀ। ਸੰਤ ਬਾਬਾ ਮੱਘਰ ਸਿੰਘ ਜੀ ਖੁੱਡੀ ਵਾਲੇ, ਸੰਤ ਬਾਬਾ ਮੱਘਰ ਦਾਸ ਜੀ ਉਦਾਸੀਨ ਸੰਪਰਦਾਇ ਦੇ, ਇਸ ਇਲਾਕੇ ਦੀ ਬਹੁਤ ਗੁਰਮੁਖ ਆਤਮਾ। ਸੋ ਸਾਧ ਸੰਗਤ ਜੀ, ਜਦੋਂ ਸਿੰਘ ਸਾਹਿਬ ਜੀ ਦੀ ਦਰਬਾਰ ਸਾਹਿਬ ਨਿਯੁਕਤੀ ਦਾ ਸਮਾਂ ਆਇਆ ਨਾ, ਜਿਸ ਦਿਨ ਸਨਮਾਨ ਸਮਾਰੋਹ ਵੀ ਆਖਿਆ ਜਾਂਦਾ, ਤਾਜਪੋਸ਼ੀ ਵੀ ਆਖਿਆ ਜਾਂਦਾ, ਉਸ ਦਿਨ ਸਿੱਖ ਪੰਥ ਦੀਆਂ ਸਾਰੀਆਂ ਜਥੇਬੰਦੀਆਂ, ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਔਰ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਪੰਥ ਰਤਨ, ਉਹ ਅੱਜ ਤੱਕ ਕਿਸੇ ਵੀ ਸਿੰਘ ਸਾਹਿਬ ਦੀ ਤਾਜਪੋਸ਼ੀ 'ਚ ਨਹੀਂ ਕਦੇ ਗਏ ਸਨ। ਪਰ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਕੇਵਲ ਇੱਕੋ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ ਦੀ ਤਾਜਪੋਸ਼ੀ ਵਿੱਚ ਗਏ ਸਨ। ਬਹੁਤ ਵੱਡੀਆਂ ਵੱਡੀਆਂ ਆਤਮਾਵਾਂ, ਇਹ ਸਾਰੇ ਮਹਾਂਪੁਰਖ ਵੱਡੀ ਗਿਣਤੀ ਵਿੱਚ ਉਹਨਾਂ ਦੇ ਸਨਮਾਨ ਵਿੱਚ ਪਹੁੰਚੇ ਸਨ। ਸੋ ਅੱਜ ਵੀ ਉਹਨਾਂ ਦੀ ਯਾਦ ਵਿੱਚ ਬਹੁਤ ਵੱਡੀਆਂ ਸਤਿਕਾਰਤ ਸ਼ਖਸੀਅਤਾਂ ਇੱਥੇ ਬੈਠੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਜਥੇਦਾਰ ਬਲਦੇਵ ਸਿੰਘ ਜੀ ਬੈਠੇ ਹੈ, ਚੁੰਗਾ ਸਾਹਿਬ, ਔਰ ਹੋਰ ਵੀ ਮੈਂਬਰ ਸਾਹਿਬਾਨ ਸਰਦਾਰ ਗੁਰਦੀਪ ਸਿੰਘ ਜੀ ਸੰਘੇੜਾ, ਔਰ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਸੁਪੁੱਤਰ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ ਵੀ ਉਹਨਾਂ ਦੇ ਪਰਿਵਾਰ ਨਾਲ ਅਥਾਹ ਪਿਆਰ ਰੱਖਦੇ ਹੈ, ਉਹ ਵੀ ਪਹੁੰਚੇ ਹੈ। ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ ਜੋ ਸਟੇਟ ਸੰਚਾਲਨ ਕਰ ਰਹੇ ਹੈ, ਮੈਂ ਸਾਰੀਆਂ ਹੀ ਧਾਰਮਿਕ ਹਸਤੀਆਂ ਦਾ, ਮਹਾਂਪੁਰਖਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ। ਆਓ ਆਪਾਂ ਬਹੁਤਾ ਸਮਾਂ ਨਾ ਲਾਈਏ, ਸਮਾਂ ਬਹੁਤ ਹੋ ਚੁੱਕਾ ਹੈ, ਇਸ ਕਰਕੇ ਦਾਸ ਦੀ ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।